जिन्ना माफिया है ना पंजाब का वो सारा इकट्ठा होकर सिद्धू साहब को हरान लगे, क्योंकि उन्होंने पता है कि जे सिद्धू साहब जित के आ गए तो माफिया हार जाए। ਕਿਹੜਾ ਮਾਫੀਆ ਤੇ ਕੌਣ ਲੋਕ ਸ਼ਾਮਲ ਹੋਏ? ਤੇ ਪਿਛਲੇ 25 ਸਾਲ ਦੇ ਚੱਲ ਰਹੇ ਹੋ ਸਿਸਟਮ ਨੂੰ ਨਾ ਤੁਸੀਂ ਦੇਖੋਗੇ ਕਿ ਮਸ਼ੀਨਾਂ ਵੀ ਉਹੀ ਨੇ, ਫੈਕਟਰੀਆਂ ਵੀ ਉਹੀ ਨੇ, ਠੇਕੇਦਾਰ ਵੀ ਉਹੀ ਨੇ, ਬਸ ਹਿੱਸੇਦਾਰੀਆਂ ਬਦਲੀਆਂ ਸੀ। ਇਸੇ ਕਰਕੇ ਕਾਂਗਰਸ ਨੇ ਕੈਪਟਨ ਸਾਹਿਬ ਨੂੰ ਲਾਇਆ, ਕਿਉਂਕਿ ਉਹ ਬਾਦਲਾਂ ਨਾਲ ਮਿਲੇ ਹੋਏ ਸੀ। ਮੈਂ ਤਾਂ ਚਾਹੂੰਗਾ ਕਿ ਸਭ ਤੋਂ ਚੰਗਾ ਲੀਡਰ ਪੰਜਾਬ ਦਾ ਮੁੱਖ ਮੰਤਰੀ ਬਣੇ, ਹੋ ਉਸ ਤੋਂ ਵੀ ਚੰਗੇ ਲੀਡਰ ਪੰਜਾਬ ਦੇ ਮੰਤਰੀ ਹੋਣ। ਸਭ ਤੋਂ ਚੰਗਾ ਲੀਡਰ ਕੌਣ ਆ ਪੰਜਾਬ ਦਾ? ਇਹ ਲੋਕਾਂ ਨੇ ਚੁਣਨਾ ਮੇਰੇ ਹਿਸਾਬ। ਤੁਹਾਡੀ ਨਜ਼ਰ 'ਚ ਕੌਣ? ਦੇਖੋ ਮੈਂ ਤਾਂ ਮੰਨਦਾ ਕਿ ਸਿੱਧੂ ਸਾਹਿਬ ਇੱਕ ਬਹੁਤ ਇਮਾਨਦਾਰ ਮੁੱਖ ਮੰਤਰੀ ਹੋਣੇ ਚਾਹੀਦੇ ਨੇ। ਬਿਲਕੁਲ। ਜਦੋਂ ਨਵਾਂ ਇਹਨਾਂ ਨੇ ਸੀਐਮ ਬਣਾਇਆ ਉਹਨੇ ਵੀ ਸਿਰਫ ਐਲਾਨ ਕੀਤੇ ਨੇ, ਉਹ ਜਿੰਨੇ ਹਜ਼ਾਰ ਦਾ ਅੰਕੜਾ ਕਹਿੰਦੇ ਨੇ ਕਿ ਪੱਕੇ ਕਰਤੇ, ਇੱਕ ਵੀ ਪੱਕਾ ਦਿਖਾ ਦਿਓ। ਉਹ ਕਹਿੰਦੇ ਸਿਰਫ ਐਲਾਨ ਹੀ ਕਰਨੇ ਨੇ, ਤਾਂ ਮੈਂ ਵੀ ਕਰੀ ਜਾਂਦਾ। ਤਾਂ ਹੀ ਤਾਂ ਮੈਂ ਉਸ ਦੀ ਜੜ 'ਚ ਆਉਣਾ ਤੁਹਾਡੇ ਕੋਲ। ਪੱਕੇ ਕਿਉਂ ਨਹੀਂ ਕਰ ਪਾ ਰਹੇ, ਰੋਜ਼ਗਾਰ ਕਿਉਂ ਨਹੀਂ ਦੇ ਪਾ ਰਹੇ? ਕਿਉਂਕਿ ਆਮਦਨ ਨਹੀਂ ਹੈ। ਆਮਦਨ ਕਿੱਥੋਂ ਆਏਗੀ? ਮਾਫੀਆ ਖਿਲਾਫ ਲੜ ਕੇ। ਅਸੀਂ ਮਾਰ ਕਿੱਥੇ ਖਾ ਰਹੇ ਹਾਂ? ਅਸੀਂ ਮਾਰ ਇੱਥੇ ਖਾ ਰਹੇ ਹਾਂ ਕਿ ਬਾਦਲਾਂ ਨੇ 18 ਰੁਪਏ ਦੇ ਬਿਜਲੀ ਸਮਝੌਤੇ ਕੀਤੇ ਹੋਏ ਨੇ, ਜਿਹੜੀ ਬਿਜਲੀ 2 ਰੁਪਏ ਦੀ ਮਿਲਦੀ ਹੈ। ਤੇ ਪੰਜਾਬ ਮਾਡਲ ਕੀ ਹੈ? ਸਮਝੌਤੇ ਰੱਦ ਹੋਣ। ਤੁਹਾਡੀ ਲੜਾਈ ਸਿਮਰਨਜੀਤ ਸਿੰਘ ਮਾਨ ਦੇ ਨਾਲ ਆ, ਉਸ ਫਾਈਟ ਨੂੰ ਕਿਵੇਂ? ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਨੂੰ ਕਾਪੀ ਕਰੀ ਜਾਂਦੇ ਨੇ, ਪਹਿਲਾਂ ਸੀਐਮ ਚੰਨੀ ਕਾਪੀ ਕਰੀ ਜਾਂਦੇ ਸੀ, ਹੁਣ ਸਿੱਧੂ ਸਾਹਿਬ ਐਲਾਨ ਕਰੀ ਜਾਂਦੇ, ਉਹ ਸਾਨੂੰ ਕਾਪੀ ਕਰਕੇ ਦੇ ਕੇ ਕਰਨ ਲੱਗ ਪਏ। ਇੱਕ YouTube ਚੈਨਲ ਹੈ ਜਿੱਤੇਗਾ ਪੰਜਾਬ, ਤੁਸੀਂ ਉਸ ਪੂਰੀਆਂ ਵੀਡੀਓਜ਼ ਨੂੰ ਦੇਖ ਲਓ ਤੇ ਤੁਹਾਨੂੰ ਆਮ ਆਦਮੀ ਪਾਰਟੀ ਦਾ ਪੂਰਾ ਮੈਨੀਫੈਸਟੋ ਤੇ ਪੂਰਾ ਮਾਡਲ ਉਹਦੀ ਫੋਟੋਕਾਪੀ ਲੱਗੇਗਾ। ਇਹ ਤਾਂ ਖੜੀ ਫੋਟੋਕਾਪੀ ਦੀ ਦੁਕਾਨ ਤੇ। ਪਿਛਲੇ ਦੌਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਜਦੋਂ ਵੀ ਦੇਖਿਆ ਤਾਂ ਉਹਨਾਂ ਦੇ ਨਾਲ ਇੱਕ ਨੌਜਵਾਨ ਅਕਸਰ ਨਜ਼ਰ ਆਉਂਦੇ ਸੀ, ਸੁਮਿਤ ਸਿੰਘ ਮਾਨ। ਸੁਮਿਤ ਸਿੰਘ ਮਾਨ ਇੰਟਰਨੈਸ਼ਨਲ ਸ਼ੂਟਰ ਨੇ ਤੇ ਹੁਣ ਚੋਣ ਮੈਦਾਨ ਦੇ ਵਿੱਚ ਨੇ, ਹਲਕਾ ਅਮਰਗੜ੍ਹ ਤੋਂ ਚੋਣ ਲੜ ਰਹੇ ਨੇ। ਅੱਜ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਸੁਮਿਤ ਜੀ, ਤੁਸੀਂ ਨੀਤੀਆਂ ਬਣਾਈਆਂ, ਪੜ੍ਹੇ, ਅੰਤਰਰਾਸ਼ਟਰੀ ਖਿਡਾਰੀ ਵੀ ਰਹੇ, ਤੇ ਹੁਣ ਚੋਣ ਮੈਦਾਨ ਦੇ ਵਿੱਚੋਂ ਕਿਵੇਂ ਲੱਗ ਰਿਹਾ? ਅਸਲ ਵਿੱਚ ਨਾ ਲੋਕਾਂ ਦੀ ਤਾਕਤ ਲੋਕਾਂ ਨੂੰ ਵਾਪਸ ਦੇ ਬਿਨਾਂ ਨਾ ਸਾਰੀਆਂ ਨੀਤੀਆਂ, ਸਾਰੀਆਂ ਚੀਜ਼ਾਂ ਇੱਕ ਫਾਈਲਾਂ ਹੀ ਨੇ, ਤੇ ਇਹ ਅਸਲੀ ਸੰਘਰਸ਼ ਹੈ। ਮੈਂ ਆਪਣੇ ਬਚਪਨ ਦੇ 15 ਸਾਲ ਆਪਣੇ ਫਾਦਰ ਸਾਹਿਬ ਨੂੰ ਇਸ ਹਲਕੇ ਦੀ ਸੇਵਾ ਕਰਦੇ ਦੇਖਿਆ। ਉਹਨਾਂ ਨੂੰ ਸੜਕਾਂ ਵਾਲੇ MLA ਕਿਹਾ ਜਾਂਦਾ ਹੈ। 1992 ਤੋਂ 2007 ਤੱਕ ਉਹਨਾਂ ਨੇ ਰਾਜਨੀਤੀ ਕੀਤੀ। 1992 ਤੋਂ 2002 ਤੱਕ ਉਹ MLA ਰਹੇ, ਤੇ ਉਹ ਸਾਰਾ ਟਾਈਮ ਅਮਰਗੜ੍ਹ ਧੂਰੀ ਇਕੱਠੇ ਸੀ। 2008 ਵਿੱਚ ਅਮਰਗੜ੍ਹ ਲੱਗ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਇਲੈਕਸ਼ਨ ਨਹੀਂ ਲੜੀ, ਤੇ ਉਹ 15 ਸਾਲ ਮੈਂ ਅਮਰਗੜ੍ਹ ਵਿੱਚ ਹੀ ਬਿਤਾਏ। ਉਹਨਾਂ ਨੇ ਕਦੇ ਸੜਕਾਂ ਬਣਾਉਣੀਆਂ, ਕਦੇ ਸਕੂਲ ਬਣਾਉਣੇ, ਤੇ ਅੱਜ ਵੀ ਹਰ ਪਿੰਡ 'ਚੋਂ ਉਹਨਾਂ ਦੀ ਇਮਾਨਦਾਰੀ ਦੀ ਆਵਾਜ਼ ਆਉਂਦੀ ਹੈ। ਤੇ ਮੇਰੇ ਵਾਸਤੇ ਹਮੇਸ਼ਾ ਤੋਂ ਉਹੀ ਪ੍ਰੇਰਨਾ ਰਹੀ ਕਿ ਮੈਂ ਜਾ ਕੇ ਵਾਪਸ ਅਮਰਗੜ੍ਹ ਜਾ ਕੇ ਆਪਣਾ ਘਰ, ਆਪਣੀ ਮਿੱਟੀ ਤੇ ਲੋਕ ਸੇਵਾ ਕਰ ਸਕਾਂ। ਸ਼ਾਇਦ ਮੈਂ ਦੇਸ਼ ਵਾਸਤੇ ਵੀ ਖੇਲਦਾ ਸੀ, ਉਹਦੇ ਵਾਸਤੇ ਮੈਨੂੰ ਆਪਣੇ ਪਿੰਡਾਂ ਦੀ ਜਵਾਨੀ ਯਾਦ ਆਉਂਦੀ ਸੀ ਕਿ ਮੈਂ ਕੋਈ ਇਹੋ ਜਿਹਾ ਰੋਲ ਮਾਡਲ ਬਣ ਸਕਦਾ ਉਹਨਾਂ ਵਾਸਤੇ, ਕਿ ਮੈਂ ਕੋਈ ਇਹੋ ਜਿਹਾ ਤਗਮਾ ਜਿੱਤ ਸਕਦਾ ਕਿ ਉਹ ਬਾਹਰ ਨੂੰ ਨਾ ਭੱਜਣ ਜਾਂ ਉਹ ਨਸ਼ਿਆਂ 'ਚ ਨਾ ਪੈਣ। ਤੇ ਜਦੋਂ ਮੈਂ ਨੀਤੀਆਂ ਵੀ ਬਣਾਉਂਦਾ ਸੀ, ਉਹਦੇ ਪਿੱਛੇ ਜੇ ਦੇਖੋ ਕਿਸਾਨੀ ਉੱਤੇ ਕੰਮ ਕਰਨਾ, ਜਾਂ ਪੰਜਾਬ ਵਾਸਤੇ ਸਕਿੱਲ ਡਿਵੈਲਪਮੈਂਟ ਸੈਂਟਰ ਕਹੇ ਜੇ ਹੋਣ, ਜਾਂ ਐਜੂਕੇਸ਼ਨ ਜਾਂ ਹੈਲਥ ਕੇਅਰ ਨੂੰ ਕਿਵੇਂ ਖੜਾ ਕੀਤਾ ਜਾਵੇ, ਜਾਂ ਔਰਤਾਂ ਨੂੰ ਉਹਨਾਂ ਦੇ ਅਧਿਕਾਰ ਕਿਵੇਂ ਮਿਲਣ, ਉਹਦੇ ਪਿੱਛੇ ਸਾਰੀ ਸੋਚ ਉਹ ਇਹ ਪਿੰਡਾਂ 'ਚ ਹੀ ਆਉਂਦੀ ਹੈ ਕਿ ਕਿਸ ਤਰ੍ਹਾਂ ਅਮਰਗੜ੍ਹ ਮਾਡਲ ਬਣਾਇਆ ਜਾ ਸਕਦਾ, ਤਾਂ ਹੀ ਪੰਜਾਬ ਮਾਡਲ ਬਣਾਇਆ ਜਾ ਸਕਦਾ। ਜੇ ਅਮਰਗੜ੍ਹ ਜਿਤਾਇਆ ਜਾ ਸਕਦਾ ਤਾਂ ਹੀ ਪੰਜਾਬ ਜਿਤਾਇਆ ਜਾ ਸਕਦਾ। ਮਤਲਬ ਜਿੱਤੇਗਾ ਪੰਜਾਬ ਤੋਂ ਬਾਅਦ ਹੁਣ ਤੁਸੀਂ ਜਿੱਤੇਗਾ ਅਮਰਗੜ੍ਹ ਤੇ ਆ ਗਏ। ਕੀ ਲੱਗਦਾ ਜਿਹੜੇ ਤੁਸੀਂ ਨਿਸ਼ਾਨੇ ਖੇਡ ਮੈਦਾਨਾਂ ਦੇ ਵਿੱਚ ਲਾਏ, ਇਸ ਵਾਰ ਨਿਸ਼ਾਨਾ ਅਮਰਗੜ੍ਹ ਸਹੀ ਲੱਗੂਗਾ? ਜੇ ਜਿੱਤੇਗਾ ਅਮਰਗੜ੍ਹ ਨਾ ਤਾਂ ਹੀ ਪੰਜਾਬ ਜਿੱਤੇਗਾ। ਅੱਛਾ, ਤੁਹਾਡੇ ਤੇ ਇੱਕ ਗੱਲ ਬਹੁਤ ਪ੍ਰਚਾਰੀ ਜਾ ਰਹੀ ਆ ਕਿ ਸਾਨੂੰ ਪੈਰਾਸ਼ੂਟ ਕੈਂਡੀਡੇਟ ਦੇ ਤਾਂ ਸਾਨੂੰ ਬਾਹਰੀ ਕੈਂਡੀਡੇਟ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਤਾਂ ਤੁਹਾਡੇ ਫਾਦਰ ਨੇ ਤੇ ਤੁਸੀਂ ਇਸ ਹਲਕੇ ਦੇ ਲਈ ਹੀ ਕੰਮ ਕੀਤਾ, ਤੇ ਫਿਰ ਉਹ ਕਿਉਂ ਕੀਤਾ ਜਾ ਰਿਹਾ ਕਿ ਤੁਸੀਂ ਬਾਹਰੀ ਹੋ? ਡਰ। ਕੋਈ ਨੌਜਵਾਨ, ਕੋਈ ਮਿਹਨਤੀ ਬੰਦਾ ਜਿਹੜਾ ਇਮਾਨਦਾਰੀ ਨਾਲ ਲੋਕ ਸੇਵਾ 'ਚ ਲੱਗਿਆ ਹੋਇਆ, ਕੰਮ ਕਰਨਾ ਚਾਹੁੰਦਾ ਹੋਏ, ਉਹਦਾ ਡਰ ਤਾਂ ਹੁੰਦਾ ਹੀ ਹੈ। ਇੱਥੇ ਤਾਂ ਧੜੇ ਬਣਾਵਣਾ, ਲੋਕਾਂ ਨੂੰ ਵੰਡ, ਵਿਕਾਸ ਦੇ ਰਾਹ ਤੋਂ ਹਟਾਇਆ ਜਾ ਰਿਹਾ। ਮੇਰਾ ਮੰਨਣਾ ਹੈ ਕਿ ਸਰਬਸੰਮਤੀ ਨਾਲ ਸਾਰੇ ਵਰਗਾਂ ਦਾ ਵਿਕਾਸ ਹੋਣਾ ਚਾਹੀਦਾ। ਅਸਲ ਪੋਲਿਟਿਕਸ ਕੀ ਹੈ ਕਿ ਪਿੰਡਾਂ ਦੀਆਂ ਤਾਕਤਾਂ ਨੂੰ, ਵਾਰਡਾਂ ਦੀਆਂ ਤਾਕਤਾਂ ਨੂੰ ਨਾ ਇਲੈਕਸ਼ਨ ਜਿੱਤ ਕੇ 1-2 ਕਮਰਿਆਂ 'ਚ ਬੰਦ ਕਰ ਦਿੱਤਾ ਜਾਂਦਾ। ਉਹ ਕਮਰਿਆਂ 'ਚੋਂ ਫੈਸਲੇ ਆਉਂਦੇ ਨੇ ਤੇ ਲਾਗੂ ਹੋ ਜਾਂਦੇ ਨੇ। ਮੇਰੀ ਲੜਾਈ ਤਾਂ ਪਿੰਡਾਂ ਦੀ ਤਾਕਤਾਂ ਪਿੰਡਾਂ ਨੂੰ ਵਾਪਸ ਦੇਣ ਦੀ ਲੜਾਈ ਹੈ, ਵਾਰਡਾਂ ਨੂੰ ਵਾਪਸ ਦੇਣ ਦੀ ਲੜਾਈ ਹੈ ਕਿ ਉਹਨਾਂ ਦੇ ਹਿਸਾਬ ਨਾਲ ਚੱਲੇ। ਤੇ ਇਹ ਸੋਚਦਾ ਮੇਰੇ ਫਾਦਰ ਸਾਹਿਬ ਦੇ ਵੀ ਕੰਮ ਦੇਖਿਆ, ਉਹਨਾਂ ਦੀ ਇਮਾਨਦਾਰੀ ਦੇਖੀ ਹੈ। ਮੈਨੂੰ ਲੱਗਦਾ ਇਸ ਸੋਚ ਦਾ ਨਾ ਕਾਫੀ ਡਰ ਰਹਿੰਦਾ। ਉਹ ਸਭ ਲੋਕਾਂ ਨੂੰ ਜੋ ਰਾਜਨੀਤੀ ਨੂੰ ਤਾਕਤ ਵਾਸਤੇ ਕਰਦੇ ਨੇ, ਲੋਕ ਭਲਾਈ। ਅੱਛਾ, ਪਰ ਇਹ ਵੀ ਆ ਤੁਹਾਡੇ ਅਮਰਗੜ੍ਹ ਆਉਣ ਦੇ ਨਾਲ ਨਾ ਕਾਂਗਰਸ ਦੀਆਂ 1-2 ਸੀਟਾਂ ਤੇ ਹਲਚਲ ਬਹੁਤ ਮਚ ਗਈ। ਜਿਸ ਤਰ੍ਹਾਂ ਸੁਨਾਮ ਸੀਟ ਆ, ਤੁਸੀਂ ਇੱਥੇ ਆਏ,
ਧਮਾਨ ਸਾਹਿਬ ਦੇ ਬੇਟੇ ਨੂੰ ਉੱਥੇ ਜਾਣਾ ਪਿਆ ਸੁਨਾਮ, ਤੇ ਸੁਨਾਮ ਤੋਂ ਇੱਕ ਜੋ ਪਿਛਲੀ ਵਾਰ ਕੈਂਡੀਡੇਟ ਲੜੇ ਸੀ ਉਹਨਾਂ ਦੀ ਟਿਕਟ ਕੱਟ ਗਈ। ਹਲਚਲ ਤੁਹਾਡੀ ਸੀਟ ਨੇ ਆਲੇ ਦੁਆਲੇ ਦੀ ਸੀਟਾਂ ਤੇ ਬਹੁਤ ਮਚਾ ਦਿੱਤੀ। देखो, राहुल गांधी जी ने, नवजोत सिंह सिद्धू जी ने, चन्नी साहब ने जो फैसला लिया ਮੈਨੂੰ ਟਿਕਟ ਦੇਣ ਦਾ, ਉਹਨਾਂ ਨੇ ਇੱਥੇ ਦੀ ਗਰਾਊਂਡ ਸਰਵੇ, ਇੱਥੇ ਦੀਆਂ ਜ਼ਰੂਰਤਾਂ ਤੇ ਮੇਰੇ ਕੰਮ ਤੇ ਮੇਰੀ ਮਿਹਨਤ ਨੂੰ ਦੇਖਦੇ ਹੋਏ ਲਿਆ। ਉਹਨਾਂ ਨੂੰ ਇਹ ਲੱਗਿਆ ਕਿ ਮੈਂ ਅਮਰਗੜ੍ਹ ਦੀ ਜਾ ਕੇ ਸੇਵਾ ਕਰਾਂ ਤੇ ਮੈਂ ਅਮਰਗੜ੍ਹ ਦਾ ਭਲਾ ਕਰ ਸਕਦਾ, ਕਾਂਗਰਸ ਪਾਰਟੀ ਨੂੰ ਇਕੱਠੇ ਕਰਕੇ ਮੈਂ ਚਲਾ ਸਕਦਾ। ਤੇ ਮੈਂ ਤਾਂ ਚਾਹਨਾ ਕਿ ਇੱਥੇ ਦੇ ਲੋਕ ਮੇਰੀ ਬਾਂਹ ਫੜ ਕੇ ਅੱਗੇ ਅੱਗੇ ਚੱਲਣ, ਮੈਨੂੰ ਚਲਾਉਣ, ਕਿਉਂਕਿ ਇਹ ਮੇਰਾ ਘਰ ਹੈ, ਮੇਰਾ ਪਰਿਵਾਰ ਹੈ। ਜਦੋਂ ਵੀ ਮੈਂ ਪਿੰਡਾਂ ਜਾਣਾ ਤੇ ਮੈਨੂੰ ਤਾਏ ਚਾਚੇ ਦਿਖਦੇ ਆ, ਕਿਉਂਕਿ ਮੈਂ ਛੋਟਾ ਜਿਹਾ ਹੁੰਦਾ ਸੀ, ਮੈਂ ਇੱਥੇ ਹੀ ਪਲਿਆ। ਤੇ 2007 ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਕੋਈ ਇਲੈਕਸ਼ਨ ਨਹੀਂ ਲੜੀ। 2008 ਵਿੱਚ ਅਮਰਗੜ੍ਹ ਧੂਰੀ ਤੋਂ ਅਲੱਗ ਹੋਇਆ ਤੇ 2008 ਤੋਂ ਹੁਣ ਤੱਕ ਮੈਂ ਜਾਂ ਤਾਂ ਦੇਸ਼ ਵਾਸਤੇ ਖੇਲਦਾ ਰਿਹਾ, ਜਾਂ ਪੰਜਾਬ ਵਾਸਤੇ ਨੀਤੀਆਂ ਬਣਾਉਂਦਾ ਰਿਹਾ, ਪੰਜਾਬ ਭਲਾਈ ਵਾਸਤੇ ਕੰਮ ਕਰਦਾ ਰਿਹਾ। ਜਾਂ ਕਿ ਦੇਸ਼ ਵਾਸਤੇ ਖੇਲਣਾ ਜਾਂ ਪੰਜਾਬ ਵਾਸਤੇ ਕੰਮ ਕਰਨਾ ਮੈਨੂੰ ਬਾਹਰ ਹੀ ਬਣਾ ਦਿੰਦਾ, ਮੈਂ ਵਿਸ਼ਵਾਸ ਨਹੀਂ ਕਰਦਾ। ਅੱਛਾ, ਤੇ ਜਿਸ ਤਰ੍ਹਾਂ ਤੁਸੀਂ, ਤੁਹਾਡਾ ਰਾਜਨੀਤੀ ਵਿੱਚ ਰੋਲ ਮਾਡਲ ਤਾਂ ਬਿਲਕੁਲ ਸਿੱਧੂ ਹੀ ਹੋਣਗੇ, ਤੁਹਾਡੇ ਪਰਿਵਾਰ 'ਚ ਰਾਜਨੀਤੀ ਸੀ, ਸਿੱਧੂ ਹੀ ਹੋਣਗੇ, ਤੁਸੀਂ ਸਿੱਧੂ ਤੋਂ ਪ੍ਰਭਾਵਿਤ ਵੀ ਹੋਵੋਗੇ, ਹਨਾ? ਤੇ ਸਿੱਧੂ ਦੇ ਨਾਲ ਨੇੜਤਾ ਤੁਹਾਡੀ ਕਿਵੇਂ ਬਣੀ? ਸਿੱਧੂ ਸਾਹਿਬ ਨਾਲ, ਉਹਨਾਂ ਦੇ ਫਾਦਰ ਸਾਹਿਬ ਨਾਲ, ਮੇਰੇ ਫਾਦਰ ਸਾਹਿਬ ਦੀ, ਮੇਰੇ ਦਾਦਾ ਜੀ ਦੀ ਇੱਕ ਤਰ੍ਹਾਂ ਦੀ ਬਹੁਤ ਜ਼ਿਆਦਾ ਨੇੜਤਾ, ਪਰਿਵਾਰਿਕ ਨੇੜਤਾ ਕਾਫੀ ਜਨਰੇਸ਼ਨਾਂ ਤੋਂ ਹੈ। ਪਰ ਮੇਰੀ ਨੇੜਤਾ ਸਿੱਧੂ ਸਾਹਿਬ ਨਾਲ ਪੰਜਾਬ ਨੂੰ ਲੈ ਕੇ ਇੱਕ ਦਰਦ ਨਾਲ ਆਈ। ਜਦ ਮੈਂ ਆਕਸਫੋਰਡ ਪੜ੍ਹਨ ਗਿਆ ਤੇ ਮੈਂ ਉੱਥੇ ਦਾ ਸਾਰਾ ਰਿਸਰਚ, ਸਾਰੀ ਪੜ੍ਹਾਈ ਪੰਜਾਬ ਉੱਤੇ ਕੀਤੀ। ਤੇ ਜਦੋਂ ਮੈਂ ਪੜ੍ਹਦਾ ਸੀ ਤੇ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਸੀ ਕਿ ਪੰਜਾਬ ਵਿੱਚ ਕਿਸਾਨੀ ਦਾ ਕੀ ਕੀਤਾ ਜਾ ਸਕਦਾ ਹੈ, ਕਿਸਾਨਾਂ ਦੀ ਘਟਦੀ ਆਮਦਨ, ਵੱਧਦੀ ਲਾਗਤ, ਘਟਦੇ ਪਾਣੀ ਦਾ ਕੀ ਕੀਤਾ ਜਾ ਸਕਦਾ ਹੈ, ਕਿ ਆਪਾਂ ਹੋਰ ਫਸਲਾਂ ਤੇ MSP ਦੇ ਸਕਦੇ ਹਾਂ, ਕਿਵੇਂ ਦੇਣੀ ਹੈ, ਕਿਸ ਤਰ੍ਹਾਂ ਪੰਜਾਬ ਦਾ ਖਜ਼ਾਨਾ ਭਰਿਆ ਜਾ ਸਕਦਾ। ਤੇ ਸਿੱਧੂ ਸਾਹਿਬ ਮੈਨੂੰ ਇੱਕ ਇਹੋ ਜਿਹੇ ਲੀਡਰ ਲੱਗੇ ਜੋ ਕਿ ਇਮਾਨਦਾਰ ਤੇ ਸੱਚੇ ਸੀ। ਤੁਸੀਂ ਕੋਈ ਚੰਗੀ ਸਲਾਹ ਦਿਓ, ਕੋਈ ਚੰਗੀ ਚੀਜ਼ ਬਣਾਓ, ਉਹ ਤੇ ਅਮਲ ਉਹੀ ਕਰ ਸਕਦਾ ਹੈ ਜਿਹਨੂੰ ਆਪਦਾ ਕੋਈ ਨਿੱਜੀ ਸਵਾਰਥ ਨਹੀਂ। ਤੇ ਸਿੱਧੂ ਸਾਹਿਬ ਇੱਕ ਉਸ ਤਰ੍ਹਾਂ ਦੇ ਲੀਡਰ ਨੇ ਜਿਨ੍ਹਾਂ ਨੂੰ ਆਪਦਾ ਕੋਈ ਨਿੱਜੀ ਸਵਾਰਥ ਨਹੀਂ। ਤੇ ਹੁਣ ਸਿੱਧੂ ਤਾਂ ਖੈਰ ਆਪਣੇ ਹਲਕੇ ਦੇ ਵਿੱਚ ਹੀ, ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ BJP, ਕਾਂਗਰਸ ਤੇ ਅਕਾਲੀ ਦਲ ਰਲ ਕੇ, ਇਵਨ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਵੀ ਕੁਝ ਲੀਡਰ ਰਲ ਕੇ ਉਹਨਾਂ ਨੂੰ ਉਹਨਾਂ ਦੇ ਹਲਕੇ ਵਿੱਚ ਹੀ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਹੁਣ ਸਿੱਧੂ ਤੁਹਾਡੇ ਲਈ ਟਾਈਮ ਕੱਢਣਗੇ, ਆਉਣਗੇ ਇੱਥੇ? ਦੇਖੋ, ਮੈਂ ਤੁਹਾਨੂੰ ਇਹ ਬੜੀ ਤੁਸੀਂ ਇੰਟਰਸਟਿੰਗ ਮੈਨੂੰ ਸਵਾਲ ਪੁੱਛਿਆ ਸਿੱਧੂ ਸਾਹਿਬ ਦੀ ਇਲੈਕਸ਼ਨ ਬਾਰੇ, ਕਿਉਂਕਿ ਮੈਨੂੰ ਲੱਗਦਾ ਕਿ ਕਾਂਗਰਸ ਉਹਨਾਂ ਨੂੰ ਹਰਾ ਰਹੀ ਹੈ। ਪਰ ਇੱਕ ਗੱਲ ਮੈਂ ਸਮਝਦਾ, ਉਹਨਾਂ ਨੂੰ ਹਰਾ ਕੌਣ ਰਿਹਾ? ਜਿੰਨਾ ਮਾਫੀਆ ਹੈ ਨਾ ਪੰਜਾਬ ਦਾ, ਉਹ ਸਾਰਾ ਇਕੱਠਾ ਹੋ ਕੇ ਸਿੱਧੂ ਸਾਹਿਬ ਨੂੰ ਹਰਾਉਣ ਲੱਗਿਆ, ਕਿਉਂਕਿ ਉਹਨੂੰ ਪਤਾ ਹੈ ਕਿ ਜੇ ਸਿੱਧੂ ਸਾਹਿਬ ਜਿੱਤ ਕੇ ਆ ਗਏ ਤੇ ਮਾਫੀਆ ਹਾਰ ਜਾਏਗਾ। ਉਹ ਮਾਫੀਆ ਕਿਹੜਾ ਮਾਫੀਆ ਤੇ ਕੌਣ ਲੋਕ ਸ਼ਾਮਲ ਨੇ ਵਿੱਚ? ਪਿਛਲੇ 25 ਸਾਲਾਂ ਤੋਂ ਨਾ, ਜੇ ਆਪਾਂ ਪੰਜਾਬ ਦੀ ਪੋਲਿਟਿਕਸ ਦੇਖੀਏ, ਕੈਪਟਨ ਸਾਹਿਬ ਨੂੰ ਕਿਉਂ ਲਾਣਾ ਪਿਆ? ਤੇ ਪਿਛਲੇ 25 ਸਾਲਾਂ ਤੋਂ ਨਾ ਉਹ 75-25 ਮਾਡਲ ਚੱਲ ਰਿਹਾ, ਜਿਹਦੇ ਬਾਰੇ ਸਿੱਧੂ ਸਾਹਿਬ ਗੱਲ ਕਰਦੇ ਆ। ਪਿਛਲੇ 25 ਸਾਲਾਂ ਤੋਂ ਤੁਸੀਂ ਦੇਖੋ ਪੰਜਾਬ ਵਿੱਚ ਕਿਸਾਨੀ ਦੀ ਪ੍ਰੋਡਕਟਿਵਿਟੀ ਵਧਾਉਣ ਵਾਸਤੇ, ਉਪਜ ਵਧਾਉਣ ਵਾਸਤੇ ਕਿਹੜੀ ਪਾਲਿਸੀ ਆਈ ਹੈ? ਤੁਸੀਂ ਪਿਛਲੇ 25 ਸਾਲਾਂ ਤੋਂ ਦੇਖੋ ਕਿ ਕਿਹੜੀਆਂ ਇਹੋ ਜਿਹੀਆਂ ਨੀਤੀਆਂ ਬਣੀਆਂ ਨੇ ਕਿ ਸੱਚੀ ਰੋਜ਼ਗਾਰ ਮਿਲੇ। ਵਾਅਦੇ ਕਰ ਕਰਕੇ ਸਰਕਾਰ ਬਣਦੀ ਹੈ, ਉਸ ਤੋਂ ਬਾਅਦ ਕਹਿੰਦੇ ਨੇ ਖਜ਼ਾਨਾ ਖਾਲੀ ਹੈ। ਤੇ ਪਿਛਲੇ 25 ਸਾਲ ਦੇ ਚੱਲ ਰਹੇ ਹੋ ਸਿਸਟਮ ਨੂੰ ਨਾ ਤੁਸੀਂ ਦੇਖੋਗੇ ਕਿ ਮਸ਼ੀਨਾਂ ਵੀ ਉਹੀ ਨੇ, ਫੈਕਟਰੀਆਂ ਵੀ ਉਹੀ ਨੇ, ਠੇਕੇਦਾਰ ਵੀ ਉਹੀ ਨੇ, ਬਸ ਹਿੱਸੇਦਾਰੀਆਂ ਬਦਲੀਆਂ ਸੀ। ਇਸੇ ਕਰਕੇ ਕਾਂਗਰਸ ਨੇ ਕੈਪਟਨ ਸਾਹਿਬ ਨੂੰ ਲਾਇਆ, ਕਿਉਂਕਿ ਉਹ ਬਾਦਲਾਂ ਨਾਲ ਮਿਲੇ ਹੋਏ ਸੀਗੇ। ਉਹ ਕੈਪਟਨ ਬਾਦਲ ਦੇ ਗੱਠਜੋੜ ਨੂੰ ਖਤਮ ਕੀਤਾ। ਤੇ ਸਿੱਧੂ ਸਾਹਿਬ ਦੇ ਖਿਲਾਫ ਬੇਸਿਕਲੀ ਉਹ ਸਾਰਾ ਮਾਫੀਆ ਖੜਾ ਹੈ ਜਿਹੜਾ ਡਰਦਾ ਹੈ, ਜਿਹਦਾ ਕੋਈ ਚਿਹਰਾ ਨਹੀਂ ਹੈ। ਮਾਫੀਆ ਕੀ ਹੁੰਦਾ? ਮਾਫੀਆ ਉਹ ਹੁੰਦਾ ਹੈ ਜਿਹਨੂੰ ਕੋਈ ਪਛਾਣ ਨਾ ਸਕੇ, ਉਹ ਪਿੱਛੋਂ ਖਿੱਚਦਾ ਹੈ, ਪਿੱਛੋਂ ਤੁਣਕੇ ਮਾਰਦਾ। ਸਿੱਧੂ ਸਾਹਿਬ ਦੇ ਖਿਲਾਫ ਉਹ ਮਾਫੀਆ ਖੜਾ ਹੈ ਤੇ ਉਹ ਹਰ ਇਨਸਾਨ ਦੇ ਖਿਲਾਫ ਖੜੇਗਾ ਜਿਹੜਾ ਪੰਜਾਬ ਨੂੰ ਬਦਲਣਾ ਚਾਹੁੰਦਾ, ਚੰਗੇ ਰਾਹ ਤੇ ਚਲਾਉਣਾ ਚਾਹੁੰਦਾ। ਸਿੱਧੂ ਨੂੰ ਲੱਗਦਾ ਸੀ ਕਿ ਕੈਪਟਨ ਨੂੰ ਲਾ ਦੇਣਾ ਚਾਹੀਦਾ, ਉਹਨਾਂ ਨੇ ਕੈਪਟਨ ਦੇ ਖਿਲਾਫ ਜੰਗ ਸ਼ੁਰੂ ਕੀਤੀ। ਤੇ ਤੁਹਾਨੂੰ ਵੀ ਲੱਗਦਾ ਸੀ ਜਿਸ ਤਰ੍ਹਾਂ ਸਿੱਧੂ ਸਾਹਿਬ ਲੜਦੇ ਰਹੇ ਹੈਗੇ ਕੈਪਟਨ ਦੇ ਖਿਲਾਫ, ਹਾਈ ਕਮਾਂਡ ਕੋਲ ਜਾ ਕੇ ਆਵਾਜ਼ ਚੁੱਕੀ, ਤੇ ਤੁਸੀਂ ਵੀ ਕਦੇ ਸਲਾਹ ਦਿੱਤੀ ਕਿ ਕੈਪਟਨ ਖਿਲਾਫ ਐ ਨਹੀਂ ਐ ਕਰੋ? ਦੇਖੋ, ਮੇਰੀ ਜਿਹੜੀ ਸੋਚ ਹੈ, ਜਿੰਨਾ ਕੁ ਮੈਨੂੰ ਸਮਝ ਹੈ, ਉਹ ਇਹੀ ਹੈ ਕਿ ਆਪਾਂ ਪੰਜਾਬ ਦਾ ਭਲਾ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਜਾਂ ਅਮਰਗੜ੍ਹ ਦਾ ਭਲਾ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਜਾਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ। ਕੈਪਟਨ ਸਾਹਿਬ ਬੜੇ ਆਦਰਨੀय ਨੇ, ਬਾਦਲ ਸਾਹਿਬ ਬੜੇ ਆਦਰਨੀय ਨੇ, ਸਾਡੇ ਬਹੁਤ ਬਜ਼ੁਰਗ ਨੇ। ਤੇ ਉਸੇ ਤਰੀਕੇ ਨਾਲ ਇੱਥੇ ਦੇ ਵੀ ਜਿਹੜੇ ਕੈਂਡੀਡੇਟ ਨੇ, ਮੈਂ ਉਹਨਾਂ ਦਾ ਬੜਾ ਆਦਰ ਸਤਿਕਾਰ ਕਰਦਾ। ਪਰ ਲੜਾਈ ਕਿਸ ਚੀਜ਼ ਦੀ ਹੈ? ਲੜਾਈ ਇਸ ਚੀਜ਼ ਦੀ ਹੈ ਕਿ 12,700 ਪਿੰਡਾਂ ਨੂੰ ਦੀ ਤਾਕਤ, 200 ਸ਼ਹਿਰਾਂ ਦੀ ਤਾਕਤ ਇੱਕ ਦੋ ਕਮਰਿਆਂ 'ਚ ਬੰਦ ਹੈ, ਇੱਕ ਦੋ ਪਰਿਵਾਰ ਚਲਾ ਰਹੇ ਨੇ।
ਲੜਾਈ 12,700 ਪਿੰਡਾਂ ਦੀ ਤਾਕਤ 12,700 ਪਿੰਡਾਂ ਨੂੰ ਵਾਪਸ ਦੇਣ ਦੀ ਹੈ। ਲੜਾਈ 200 ਸ਼ਹਿਰਾਂ ਦੀ ਤਾਕਤ 200 ਸ਼ਹਿਰਾਂ ਨੂੰ ਵਾਪਸ ਦੇਣ ਦੀ ਹੈ। ਪਰ ਉਹਨੂੰ ਫਿਰ ਮਾਫੀਆ ਕੰਟਰੋਲ ਨਹੀਂ ਕਰ ਸਕਦਾ ਨਾ, ਉਹਨੂੰ ਉਹ ਪੂੰਜੀਪਤੀ ਜਾਂ ਕੁਝ ਇੱਕ ਦੋ ਕੰਪਨੀਆਂ ਬੈਠ ਕੇ ਮੁੰਬਈ ਚਲਾ ਨਹੀਂ ਸਕਦੀਆਂ, ਕਿਉਂਕਿ ਉਹ 12,700 ਪਿੰਡਾਂ ਨੂੰ ਕੰਟਰੋਲ ਕਿਵੇਂ ਕਰਨਗੀਆਂ। ਜੇ ਪੰਚਾਇਤਾਂ ਨੂੰ ਉਹਨਾਂ ਦੇ ਅਧਿਕਾਰ ਮਿਲ ਗਏ, ਜੇ 170 ਚੀਜ਼ਾਂ ਪੰਚਾਇਤਾਂ ਕਰਨ ਲੱਗ ਗਈਆਂ, ਟੈਕਸ ਲਾਉਣ ਲੱਗ ਗਈਆਂ, ਜੇ ਪੰਚਾਇਤ ਸੈਕਟਰ ਦੇ ਹੱਥ ਗੇਮ ਨਾ ਹੋਈ ਤੇ ਸਾਰੀ ਸਰਪੰਚਾਂ ਦੇ ਪੰਚਾਂ ਦੇ ਹੱਥ ਆ ਗਈ, ਤੇ ਫਿਰ ਗੇਮ ਕਿਵੇਂ ਚੱਲੂਗੀ। ਇਹ ਤਾਂ ਇਲੈਕਸ਼ਨਾਂ ਤੁਸੀਂ ਦੇਖੋ, ਇਲੈਕਸ਼ਨ ਕਿਉਂ ਲੜਨੀ ਜ਼ਰੂਰੀ ਹੈ। ਇਲੈਕਸ਼ਨ ਇਸ ਲਈ ਲੜਨੀ ਜ਼ਰੂਰੀ ਹੈ ਕਿ ਆਪਾਂ ਕੋਈ ਵੀ ਨੀਤੀ, ਕੋਈ ਵੀ ਚੀਜ਼ ਲਾਗੂ ਜੇ ਕਰਨਾ ਚਾਹੁੰਦੇ ਆ ਨਾ, ਤੇ ਉਹ ਲੋਕਾਂ ਦੀ ਤਾਕਤ ਨਾਲ ਹੀ ਕੀਤੀ ਜਾ ਸਕਦੀ ਹੈ, ਨਹੀਂ ਤਾਂ ਉਹ ਬਣ ਕੇ ਫਾਈਲਾਂ ਪਈਆਂ ਰਹਿੰਦੀਆਂ ਨੇ। ਅੱਛਾ, ਤੁਸੀਂ ਪੰਚਾਇਤਾਂ ਦੇ ਅਧਿਕਾਰਾਂ ਦੀ ਗੱਲ ਕੀਤੀ, ਜਦੋਂ ਤੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਨੇ, ਤੁਹਾਨੂੰ ਲੱਗਦਾ ਕਿ ਪੰਚਾਇਤਾਂ ਨੂੰ ਉਹਨਾਂ ਦੇ ਅਧਿਕਾਰ ਉਸ ਰੂਪ ਚ ਮਿਲੇ ਜਿਹੜੇ ਪਹਿਲਾਂ ਨਹੀਂ ਸੀ ਮਿਲੇ? ਦੇਖੋ, ਸਿੱਧੂ ਸਾਹਿਬ ਨੇ ਵਾਸਤਾ ਚੱਕੀ। ਸਿੱਧੂ ਸਾਹਿਬ ਦਾ ਤੁਸੀਂ ਜਿੱਤੇਗਾ ਪੰਜਾਬ ਦਾ ਮਾਡਲ ਦੇਖੋ। ਇਸ ਸਰਕਾਰ ਨੇ ਵੀ, ਨਵੀਂ ਸੋਚ ਦੀ ਨਵੀਂ ਸਰਕਾਰ ਨੇ ਬਹੁਤ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ 111 ਦਿਨ ਦੀ ਸਰਕਾਰ ਦੇ ਕੰਮ ਦੇਖੋਗੇ ਤੇ ਉਹਦੇ ਅੰਦਰ ਬਹੁਤ ਚੰਗੇ ਕੰਮ ਹੋਏ ਨੇ। ਉਹ ਚੰਗੇ ਕੰਮਾਂ ਦੇ ਪਿੱਛੇ ਸੋਚ ਹੈ, ਕਾਂਗਰਸ ਪਾਰਟੀ ਦੀ ਸੋਚ ਹੈ, ਸਿੱਧੂ ਸਾਹਿਬ ਦੀ ਸੋਚ ਹੈ, ਚੰਨੀ ਸਾਹਿਬ ਦੀ ਸੋਚ ਹੈ। ਤੁਹਾਨੂੰ ਯਾਦ ਹੈ ਕਿ ਕੈਪਟਨ ਸਾਹਿਬ ਨੂੰ ਲੈ ਕੇ 18 ਨੁਕਤੀ ਏਜੰਡਾ ਆਇਆ ਸੀਗਾ। ਉਸ ਏਜੰਡੇ ਦੇ ਵਿੱਚ ਕਾਫੀ ਚੀਜ਼ਾਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਆਪਾਂ ਇਹ ਸਮਝੀਏ ਕਿ ਜਿਹੜਾ ਇਹ ਸੰਘਰਸ਼ ਹੈ ਨਾ, ਇਹ ਜਿਵੇਂ ਆਪ ਵਾਲੇ ਜਾਂ ਉਹ ਗੁਜਰਾਤ ਮਾਡਲ ਵਾਲੇ ਸਕੀਮਾਂ ਲਈ ਫਿਰਦੇ ਨੇ ਨਾ, ਜਿਵੇਂ ਪਿੰਡਾਂ ਸਕੀਮਾਂ ਨਹੀਂ ਭੇਜ ਦਿੰਦੇ ਲੋਕਾਂ ਨੂੰ ਕਿ ਆਹ 1000 ਰੁਪਏ ਲੈ ਲਓ ਤੇ ਵੋਟ ਪਾ ਦਿਓ। ਸਿੱਧੂ ਸਾਹਿਬ ਨੇ ਸਕੀਮ ਦਿੱਤੀ, ਆਮ ਆਦਮੀ ਪਾਰਟੀ ਨੇ ਕਿਹਾ 1000 ਰੁਪਏ ਔਰਤਾਂ ਨੂੰ ਦੇਵਾਂਗੇ, ਸਿੱਧੂ ਸਾਹਿਬ ਕਹਿੰਦੇ ਸੀ 2000 ਦੇਵਾਂਗੇ, ਨਾਲ ਸਿਲੰਡਰ ਦੇਵਾਂਗੇ। ਦੇਖੋ, ਇੱਥੇ ਬਹੁਤ ਡੂੰਗੀ ਗੱਲ ਆਉਂਦੀ ਹੈ। ਮੈਂ ਤੁਹਾਨੂੰ ਇਹੀ ਫਰਕ ਸਮਝਾਉਣਾ ਚਾਹੁੰਦਾ, ਆਪਾਂ ਚੰਗਾ ਹੋਇਆ ਇਸ ਗੱਲ ਤੇ ਆਏ। ਉਹ ਕਹਿ ਰਹੇ ਨੇ ਕਿ ਆਪਾਂ ਹਰੇਕ ਮਹਿਲਾ ਨੂੰ 1000 ਰੁਪਏ ਫੜਾਵਾਂਗੇ। ਆਪਾਂ ਕੀ ਕਹਿ ਰਹੇ ਹਾਂ? ਆਪਾਂ ਇਹ ਕਹਿ ਰਹੇ ਹਾਂ ਕਿ ਪੰਜਾਬ ਦੀ ਹਰੇਕ ਔਰਤ ਨੂੰ, ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ ਅਸੀਂ ਪੰਜਾਬ ਦੀ ਤਰੱਕੀ ਦਾ ਭਾਗੀਦਾਰ ਬਣਾਵਾਂਗੇ। ਕਿਵੇਂ? ਜਿਹੜੀਆਂ ਔਰਤਾਂ ਘਰੇ ਕੰਮ ਕਰਦੀਆਂ ਨੇ, ਉਹਨਾਂ ਦੇ ਜ਼ਿੰਦਗੀ ਵਿੱਚ ਐਤਵਾਰ ਤਾਂ ਹੈ ਪਰ ਆਰਾਮ ਤਾਂ ਨਹੀਂ ਹੈ। ਉਹਨਾਂ ਨੂੰ 2000 ਰੁਪਏ ਦੇਣ ਦੀ ਗੱਲ ਹੈ, ਉਹਨਾਂ ਨੂੰ 8 ਸਿਲੰਡਰ ਦੇਣ ਦੀ ਗੱਲ ਹੈ। 2 ਲੱਖ ਰੁਪਇਆ ਇੰਟਰਸਟ ਫ੍ਰੀ ਲੋਨ। ਅੱਜ ਕੱਲ ਹਰ ਔਰਤ ਕਹਿੰਦੀ ਹੈ ਮੈਂ ਘਰੋਂ ਬੈਠ ਕੇ ਕੋਈ ਬਿਜ਼ਨਸ ਸਟਾਰਟ ਕਰ ਲਾਂ, ਕੁਝ ਸਿਉਂ ਲਾਂ, ਕੋਈ ਕਲਾਊਡ ਕਿਚਨ ਬਣਾ ਲਾਂ, ਕੁਝ ਬਣਾ ਕੇ ਸੈਂਡਵਿਚ ਬਣਾ ਕੇ ਵੇਚ ਲਾਂ। ਉਹ ਹਮੇਸ਼ਾ ਇੱਕ ਬੰਦੇ ਵੱਲ ਦੇਖਦੀ ਹੈ ਕਿ ਮੈਨੂੰ ਪੈਸੇ ਦੇ ਦੇ। ਆਪਾਂ ਸ਼ਗਨ ਸਕੀਮ ਤਾਂ ਰੱਖਦੇ ਹਾਂ ਤੇ ਬਿਲਕੁਲ ਰੱਖਾਂਗੇ, ਪਰ ਆਪਾਂ ਔਰਤ ਨੂੰ ਪੜ੍ਹਾਈ ਵਾਸਤੇ ਕੋਈ ਇਨਸੈਂਟਿਵ ਨਹੀਂ ਦਿੰਦੇ। 5ਵੀਂ ਕਲਾਸ ਕੋਈ ਔਰਤ ਪਾਸ ਕਰਨ ਨੂੰ 5000 ਰੁਪਏ, 8ਵੀਂ ਕਰੇ ਤੇ 10,000 ਰੁਪਏ, 10ਵੀਂ ਕਰੇ ਤੇ 15,000 ਰੁਪਏ, 11ਵੀਂ ਜਾਏਗੀ ਜੋ ਘਰੇ ਬੈਠ ਕੇ ਪੜ੍ਹਨਾ ਚਾਹੁੰਦੀ ਹੈ ਉਹਨੂੰ ਇੱਕ ਟੇਬਲੇਟ ਮਿਲੇ, 12ਵੀਂ ਕਰੇਗੀ 20,000 ਰੁਪਏ ਮਿਲਣ, ਕੁੱਲ ਮਿਲਾ ਕੇ ਤਾਂ 50,000 ਰੁਪਏ ਹੋਏ। ਤੇ ਤੁਸੀਂ ਕਿੰਨੇ ਸਾਲਾਂ ਵਿੱਚ ਦਿੱਤੇ? ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਨੂੰ ਕਾਪੀ ਕਰੀ ਜਾਂਦੇ ਨੇ, ਪਹਿਲਾਂ ਸੀਐਮ ਚੰਨੀ ਕਾਪੀ ਕਰੀ ਜਾਂਦੇ ਸੀ, ਹੁਣ ਸਿੱਧੂ ਸਾਹਿਬ ਐਲਾਨ ਤੇ ਐਲਾਨ ਕਰੀ ਜਾਂਦੇ, ਉਹ ਸਾਨੂੰ ਕਾਪੀ ਕਰਕੇ ਦੇਖ ਕੇ ਕਰਨ ਲੱਗ ਪਏ। ਤੁਸੀਂ ਨਾ YouTube ਤੇ ਜਾਣਾ ਤੇ ਉੱਥੇ ਇੱਕ YouTube ਚੈਨਲ ਹੈ ਜਿੱਤੇਗਾ ਪੰਜਾਬ, ਉਹ 2020 ਵਿੱਚ ਬਣਾਇਆ ਸੀ ਤੇ ਮੈਂ ਆਪ ਬੈਠ ਕੇ ਕਿੰਨੀਆਂ ਉਹਦੀਆਂ ਚੀਜ਼ਾਂ ਬਣਾਈਆਂ ਨੇ। ਉਹ ਸਿੱਧੂ ਸਾਹਿਬ ਦਾ ਵਿਜ਼ਨ ਨਾਲ ਬਣਿਆ ਸੀਗਾ। ਤੁਸੀਂ ਉਸ ਪੂਰੀਆਂ ਵੀਡੀਓਜ਼ ਨੂੰ ਦੇਖ ਲਓ ਤੇ ਤੁਹਾਨੂੰ ਆਮ ਆਦਮੀ ਪਾਰਟੀ ਦਾ ਪੂਰਾ ਮੈਨੀਫੈਸਟੋ ਤੇ ਪੂਰਾ ਮਾਡਲ ਉਹਦੀ ਫੋਟੋਕਾਪੀ ਲੱਗੇਗਾ। ਇਹ ਤਾਂ ਖੜੀ ਫੋਟੋਕਾਪੀ ਦੀ ਦੁਕਾਨ ਤੇ ਨੇ। ਅੱਛਾ, ਮੈਂ ਤੁਹਾਡੀ ਲੜਾਈ ਤੇ ਆਉਣਾ। ਤੁਹਾਡੀ ਲੜਾਈ ਸਿਮਰਨਜੀਤ ਸਿੰਘ ਮਾਨ ਦੇ ਨਾਲ ਆ, ਵੱਡਾ ਚਿਹਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ। ਇਹ ਕਹਿੰਦੇ ਨੇ ਪੰਥ ਦਾ ਜਿਹੜੇ ਦਾਅਵਾ ਕਰਦੇ ਨੇ ਹਨਾ ਵੀ ਅਸੀਂ ਪੰਥ ਆ, ਤੇ ਤੁਹਾਡੀ ਲੜਾਈ ਸਿਮਰਨਜੀਤ ਸਿੰਘ ਮਾਨ ਦੇ ਨਾਲ ਆ। ਉਸ ਫਾਈਟ ਨੂੰ ਕਿਵੇਂ ਦੇਖ? ਮਾਨ ਸਾਹਿਬ ਦਾ ਮੈਂ ਬੜਾ ਸਤਿਕਾਰ ਕਰਦਾ ਤੇ ਬੜੇ ਆਦਰਨੀ ਨੇ, ਤੇ ਹੋਰ ਜਿੰਨੇ ਲੀਡਰ ਦੇ ਮੈਂ ਖਿਲਾਫ ਖੜਾ, ਮੈਂ ਉਹਨਾਂ ਦਾ ਬੜਾ ਆਦਰ ਸਤਿਕਾਰ ਕਰਦਾ। ਮੈਂ ਪਰਸਨਲੀ ਕਿਸੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਤਾਂ ਆਪਣੀ ਸੋਚ ਲੈ ਕੇ, ਆਪਣੀ ਮਿਹਨਤ ਲੈ ਕੇ ਤੇ ਇਮਾਨਦਾਰੀ ਲੈ ਕੇ ਲੋਕਾਂ 'ਚ ਆਇਆ ਤੇ ਆਪਣੀ ਲੜਾਈ ਲੜ ਰਿਹਾ। ਅੱਛਾ, ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਲਈ ਨਵਜੋਤ ਸਿੰਘ ਸਿੱਧੂ ਖੜਦੇ ਆ, ਤੇ ਸਿੱਧੂ ਮੂਸੇਵਾਲਾ ਸਮਿਤ ਲਈ ਆਏ ਖੜੇਗਾ? ਮੈਂ ਮੂਸੇਵਾਲਾ ਜੀ ਨੂੰ ਪਰਸਨਲੀ ਨਹੀਂ ਜਾਣਦਾ, ਮੈਂ ਉਹਨਾਂ ਨੂੰ ਮਿਲਿਆ ਪਰ ਪਰਸਨਲੀ ਨਹੀਂ ਜਾਣਦਾ। ਮੈਂ ਤਾਂ ਇਹ ਸੋਚਦਾ ਕਿ ਪੰਜਾਬ ਦਾ ਹਰ ਨੌਜਵਾਨ, ਹੁਣ ਉਹ ਵਕਤ ਆ ਗਿਆ ਕਿ ਪੰਜਾਬ ਵਾਸਤੇ ਖੜੇ। ਜਿਹੜਾ ਵੀ ਕੋਈ ਚੰਗੀ ਸੋਚ ਰੱਖਦਾ ਨਾ, ਇਹ ਆਖਰੀ ਮੌਕਾ ਸਾਡਾ, ਨਹੀਂ ਤਾਂ ਪੰਜਾਬ ਦਾ ਕੁਝ ਖਤਮ ਹੋ ਜਾਣਾ, ਕੋਈ ਬਚਣਾ ਨਹੀਂ। ਕਰਜ਼ਾ 3 ਲੱਖ ਕਰੋੜ ਹੋ ਗਿਆ, ਸਕੀਮਾਂ ਆ ਕੇ ਆਪਾਂ ਕੱਢੀ ਜਾਂਦੇ ਆ, ਕੋਈ ਮਾਡਲ ਇਸ ਗੱਲ ਦਾ ਨਹੀਂ ਦਿੰਦਾ ਕਿ ਪੰਜਾਬ ਦੀ ਇਕਨੋਮੀ ਨੂੰ ਦੁਬਾਰਾ ਖੜਾ ਕਿਵੇਂ ਕਰਨਾ, ਦੁਬਾਰਾ ਰੈਜ਼ਰੈਕਟ ਕਿਵੇਂ ਕਰਨਾ। ਅਸੀਂ ਤਾਂ ਕਹਿੰਦੇ ਆ ਕਿ 50,000 ਕਰੋੜ ਦੀ ਵਾਧੂ ਇਨਕਮ ਆਪਾਂ ਵਧਾ ਸਕਦੇ ਹਾਂ ਜੇ ਆਪਾਂ ਮਾਫੀਆ ਖਤਮ ਕਰ ਦਈਏ। ਸ਼ਰਾਬ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਆਊਟਡੋਰ ਐਡਵਰਟਾਈਜ਼ਮੈਂਟ, ਜਿਹੜੀ ਚੋਰੀਆਂ ਹੋ ਰਹੀਆਂ ਨੇ ਉਹ ਖਤਮ ਕਰ ਦਈਏ, ਜਿਹੜੀ ਟੈਕਸ ਕੰਪਲਾਇੰਸ ਨਹੀਂ ਹੋ ਰਹੀਆਂ, ਪ੍ਰਾਪਰਟੀ ਟੈਕਸ ਨਹੀਂ ਆ, ਇਹ ਸਭ ਕਰਕੇ 50,000 ਇਕੱਠੇ ਕਰ ਲਈਏ ਤੇ ਸੈਂਟਰ ਦੀਆਂ 40-60 ਸਕੀਮਾਂ ਚ ਪਾ ਕੇ ਉਹਨੂੰ ਦੁੱਗਣਾ ਕਰ ਲਈਏ।
ਪਰ ਇਸ ਵਾਸਤੇ ਨਾ ਪੰਜਾਬ ਦੀ ਜਵਾਨੀ ਨੂੰ ਲੜਾਈ ਲੜਨੀ ਪਏਗੀ, ਨਹੀਂ ਤਾਂ ਉਹ ਪੰਜਾਬ ਦੀ ਜਵਾਨੀ ਪੰਜਾਬ ਛੱਡ ਕੇ ਭੱਜਦੀ ਰਹੇਗੀ ਤੇ ਪੰਜਾਬ ਖੋਰਾ ਲਾਉਂਦਾ ਰਹੇਗਾ। ਪੈਸੇ ਤਾਂ ਤੁਸੀਂ ਇਕੱਠੇ ਕਰ ਲਓਗੇ, ਖਜ਼ਾਨਾ ਮੰਤਰੀ ਜੇ ਇਹੀ ਰਹੇ ਤੁਹਾਨੂੰ ਪੈਸੇ ਦੇ ਦੇਣਗੇ? ਉਹ ਤਾਂ ਕਹਿੰਦੇ ਨੇ ਭਾਈ ਖਜ਼ਾਨਾ ਖਾਲੀ ਆ। ਦੇਖੋ ਸਰਕਾਰ ਦੇ ਜਿਹੜੇ ਫੈਸਲੇ ਨੇ ਨਾ, ਸਰਕਾਰ ਦੀ ਜਿਹੜੀ ਲੜਾਈ ਹੈ, ਮੈਂ ਉਸਨੂੰ ਬੜੇ ਟੁਕੜਿਆਂ ਵਿੱਚ ਦੇਖਦਾ। ਮੈਂ ਇਹ ਨਹੀਂ ਦੇਖਦਾ ਕਿ ਚੰਡੀਗੜ੍ਹ ਇੱਕ ਕਮਰਾ ਹੋਏਗਾ, ਉਹਦੇ ਅੰਦਰ ਬੈਠੇ ਲੋਕ ਸਾਰੇ ਫੈਸਲੇ ਲੈਣਗੇ। ਮੈਂ ਮੰਨਦਾ ਕਿ ਆਪਣੀ ਦੇਸ਼ ਦੀ ਜਿਹੜੀ ਸੰਵਿਧਾਨ ਹੈ ਨਾ, ਉਹ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਹਰ ਵਾਰਡ ਨੂੰ, ਹਰ ਸਰਪੰਚ ਨੂੰ ਤਾਕਤ ਮਿਲੇ, ਹਰ ਐਮਐਲਏ ਨੂੰ ਤਾਕਤ ਮਿਲੇ ਡਿਵੈਲਪਮੈਂਟ ਦੇ ਰਾਹ ਤੇ ਚੱਲਣ ਦੀ। ਮੁਸ਼ਕਿਲ ਕਿੱਥੇ ਆਉਂਦੀ ਹੈ, ਬਹੁਤ ਸਾਰੇ ਲੀਡਰ ਨਾ ਕੰਪਰੋਮਾਈਜ਼ ਹੋ ਜਾਂਦੇ ਨੇ ਤੇ ਉਹ ਫਿਰ ਆਵਾਜ਼ ਨਹੀਂ ਚੁੱਕ ਪਾਉਂਦੇ। ਪੰਜਾਬ ਦਾ ਹਰ ਜਵਾਨ ਆਵਾਜ਼ ਚੁੱਕ ਸਕਦਾ, ਉਹ ਪੋਲਿਟਿਕਸ ਆ ਕੇ ਪੰਜਾਬ ਵਾਸਤੇ ਸਟੈਂਡ ਲੈ ਕੇ ਉਹ ਆਵਾਜ਼ ਨੂੰ ਬੁਲੰਦ ਕਰ ਸਕਦਾ ਤੇ ਪੰਜਾਬ ਦੇ ਭਲੇ ਵਾਸਤੇ ਚੱਲ ਸਕਦਾ। ਮੇਰਾ ਇਹ ਮੰਨਣਾ ਹੈ ਉਹ ਮੌਕਾ ਮੈਨੂੰ ਕਾਂਗਰਸ ਪਾਰਟੀ ਨੇ ਦਿੱਤਾ ਹੈ, ਮੇਰਾ ਕੰਮ ਦੇਖ ਕੇ ਦਿੱਤਾ, ਮੇਰੀ ਮਿਹਨਤ ਦੇਖ ਕੇ ਦਿੱਤਾ ਹੈ, ਮੈਂ ਦੇਸ਼ ਵਾਸਤੇ ਜੋ ਕੀਤਾ ਉਹ ਦੇਖ ਕੇ ਦਿੱਤਾ ਹੈ, ਤੇ ਮੇਰੇ ਫਾਦਰ ਦੀ ਇਸ ਹਲਕੇ ਨੂੰ ਜੋ ਉਹਨਾਂ ਨੇ ਸੇਵਾ ਕੀਤੀ ਹੈ, ਜਿਸ ਇਮਾਨਦਾਰੀ ਨਾਲ ਜਿਸ ਕੰਮ ਕੀਤਾ ਹੈ, ਉਹ ਦੇਖ ਕੇ ਦਿੱਤਾ ਹੈ। ਤੇ ਮੈਂ ਆਪਣਾ ਬੜਾ ਸਬਬ ਸਮਝਦਾ ਤੇ ਮੈਂ ਮੰਨਦਾ ਕਿ ਮੇਰੇ ਹੱਥ ਪੱਲੇ ਜੋ ਹੋਏਗਾ ਮੈਂ ਉਸਨੂੰ ਲੋਕਾਂ ਦੀ ਆਵਾਜ਼ ਨੂੰ ਸਹੀ ਥਾਵਾਂ ਤੇ ਪਹੁੰਚਾ ਕੇ ਲਾਗੂ ਕਰਨ ਵਿੱਚ ਲਗਾਵਾਂਗਾ। ਅੱਛਾ, ਭਗਵੰਤ ਮਾਨ ਤੇ ਕੇਜਰੀਵਾਲ ਗੱਲ ਕਰਦੇ ਨੇ ਦਿੱਲੀ ਮਾਡਲ ਦੀ, ਤੁਸੀਂ ਕਰਦੇ ਹੋ ਪੰਜਾਬ ਮਾਡਲ। ਉਹ ਕਹਿੰਦੇ ਸੀ ਦਿੱਲੀ ਕੀਤਾ, ਉਹ ਸਾਡੇ ਕੋਲ ਮਾਡਲ ਹੈਗਾ, ਅਸੀਂ ਉਹ ਲਾਗੂ ਕਰਾਂਗੇ। ਉਹ ਦਿਖਾਉਂਦੇ ਨੇ ਇੱਕ ਮਾਡਲ, ਤੇ ਤੁਸੀਂ ਸਿਰਫ ਕਾਗਜ਼ਾਂ 'ਚ ਤਿਆਰ ਕੀਤਾ ਹਾਲੇ ਪੰਜਾਬ ਮਾਡਲ, ਜਿਹੜਾ ਤੁਸੀਂ ਤੇ ਸਿੱਧੂ ਸਾਹਿਬ ਨੇ ਰਲ ਕੇ ਤਿਆਰ ਕੀਤਾਗਾ। ਤੇ ਉਸ ਪੰਜਾਬ ਮਾਡਲ ਦਿੱਲੀ ਮਾਡਲ ਤੇ ਕਿਵੇਂ ਭਾਰੀ ਪਏਗਾ? ਦੇਖੋ ਸਿੱਧੂ ਸਾਹਿਬ ਦਾ ਵਿਜ਼ਨ ਹੈ ਪੰਜਾਬ ਮਾਡਲ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗਾ ਇੱਥੇ ਕਿ ਪਹਿਲੀ ਗੱਲ ਤਾਂ ਪੰਜਾਬ ਹੈ ਨਾ ਜਿਹੜਾ, ਉਹਦੀਆਂ ਮੁਸ਼ਕਿਲਾਂ ਅਲੱਗ ਨੇ, ਪੰਜਾਬ ਦੀ ਪੰਜਾਬੀਅਤ ਅਲੱਗ ਹੈ। ਇਸ ਨੂੰ ਅਹਿਸਾਸ ਕਰਨ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਆਪ ਵਾਲੇ ਪਿਛਲੀ ਵਾਰ ਵੀ ਨਹੀਂ ਸਮਝੇ ਸੀ, ਤਾਂ ਹੀ ਲੋਕਾਂ ਨੇ ਉਹਨਾਂ ਦਾ ਵਿਸ਼ਵਾਸ ਨਹੀਂ ਦਿਲਾਇਆ। ਇਹ ਕੋਈ ਸਕੀਮਾਂ ਨਾਲ ਨਹੀਂ ਚੱਕ ਸਕਦਾ। ਤੁਸੀਂ ਆਪਾਂ ਸਿੰਪਲ ਐਗਜ਼ਾਮਪਲ ਲੈਣੇ ਆ, ਬਿਜਲੀ ਦੀ ਗੱਲ ਕਰਦੇ ਹਾਂ। ਪੰਜਾਬ ਦੇ ਅੰਦਰ 25% ਬਿਜਲੀ ਤਾਂ ਸਰਕਾਰ ਬਣਾਉਂਦੀ ਹੈ ਤੇ ਉਹਦੀ ਪੂਰੀ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਪੰਜਾਬ ਸਰਕਾਰ ਕਰਦੀ ਹੈ। 18 ਪੈਸੇ ਦਾ ਘਾਟਾ ਖਾ ਕੇ ਸਰਕਾਰ ਅੱਜ ਬਿਜਲੀ ਦੇ ਰਹੀ ਹੈ। ਦਿੱਲੀ ਵਿੱਚ ਤਾਂ ਰਿਲਾਇੰਸ ਤੇ ਟਾਟਾ ਵੇਚਦੇ ਨੇ, ਦਿੱਲੀ 'ਚ ਬਿਜਲੀ, ਇਹਨਾਂ ਦੇ ਦਿੱਲੀ ਮਾਡਲ 'ਚ, ਤੇ ਦਿੱਲੀ ਕੋਈ ਬਿਜਲੀ ਨਹੀਂ ਬਣਾਉਂਦਾ। ਅਸੀਂ ਮਾਰ ਕਿੱਥੇ ਖਾ ਰਹੇ ਹਾਂ? ਅਸੀਂ ਮਾਰ ਇੱਥੇ ਖਾ ਰਹੇ ਹਾਂ ਕਿ ਬਾਦਲਾਂ ਨੇ 18 ਰੁਪਏ ਦੇ ਬਿਜਲੀ ਸਮਝੌਤੇ ਕੀਤੇ ਹੋਏ ਨੇ, ਜਿਹੜੀ ਬਿਜਲੀ 2 ਰੁਪਏ ਦੀ ਮਿਲਦੀ ਹੈ। ਤੇ ਪੰਜਾਬ ਮਾਡਲ ਕੀ ਹੈ? ਉਹ ਸਮਝੌਤੇ ਰੱਦ ਹੋਣ, ਖੇਤੀ ਕਾਨੂੰਨ ਆਏ, ਇਹਨਾਂ ਨੇ ਤਾਂ ਇੱਕ ਕਾਨੂੰਨ ਲਾਗੂ ਵੀ ਕਰਤਾ ਦਿੱਲੀ 'ਚ, ਮੰਡੀਆਂ ਵਾਲਾ ਨੋਟੀਫਾਈ ਵੀ ਕਰਤਾ। ਪੰਜਾਬ ਨੇ ਉਹਦੇ ਖਿਲਾਫ ਸੰਘਰਸ਼ ਲੜਿਆ ਨਾ, ਤੁਹਾਨੂੰ ਯਾਦ ਹੋ ਮੋਗਾ ਰੈਲੀ, ਸਿੱਧੂ ਸਾਹਿਬ ਨੇ ਸਟੇਜ ਤੇ ਚੜ ਕੇ ਕਿਹਾ ਸੀਗਾ ਕਿ ਵਿਧਾਨ ਸਭਾ ਲਿਆਓ ਅਮੈਂਡ ਕਰੋ, ਕੋਈ ਮੰਨਦਾ ਨਹੀਂ ਸੀ ਉਸ ਟਾਈਮ ਤੇ, ਬਾਅਦ ਚ ਕੀਤਾ। ਪੰਜਾਬ ਦੇ ਲੋਕਾਂ ਨੇ ਉਸ ਖਿਲਾਫ ਲੜਾਈ ਲੜੀ ਤੇ ਜਿੱਤ ਕੇ ਆਏ। ਪੰਜਾਬ ਨੂੰ ਜਿਹੜੀ ਦਿੱਲੀ ਵਿੱਚ ਤਾਂ ਇਹ ਕੋਈ ਕਿਸਾਨੀ ਨੀਤੀ ਨਹੀਂ, ਦਿੱਲੀ 'ਚ ਖੇਤ ਹੀ ਨਹੀਂ ਹੈ, ਪੰਜਾਬ ਤਾਂ ਖੇਤ ਹੀ ਖੇਤ ਨੇ। ਪੰਜਾਬ ਨੂੰ ਐਗਰੀਕਲਚਰ ਪਾਲਿਸੀ ਦੀ ਲੋੜ ਹੈ, ਖੇਤ ਵਾਸਤੇ ਨੀਤੀ ਦੀ ਲੋੜ ਹੈ। ਆਪਾਂ ਦਿੱਲੀ ਵੱਲ ਦੇਖਦੇ ਰਹਿੰਦੇ ਆ, ਤੁਸੀਂ ਦੇਖੋ ਜੀਰੀ ਤੇ ਕਣਕ ਤੇ ਐਮਐਸਪੀ ਸੈਂਟਰ ਸਰਕਾਰ ਦਿੰਦੀ ਹੈ, ਪਰ ਐਮਐਸਪੀ ਵਧਾਈ ਨਹੀਂ ਰਹੀ, ਮਹਿੰਗਾਈ ਵੱਧਦੀ ਜਾ ਰਹੀ ਹੈ, ਲਾਗਤ ਵੱਧਦੀ ਜਾ ਰਹੀ ਹੈ, ਐਮਐਸਪੀ ਵੱਧ ਨਹੀਂ ਰਹੀ। 1992 ਤੋਂ ਹੁਣ ਤੋਂ ਐਮਐਸਪੀ ਕਿੰਨੀ ਵਧੀ ਹੈ? 3-4 ਗੁਣਾ, 5 ਗੁਣਾ। ਪਰ ਤੁਸੀਂ ਤਨਖਾਹਾਂ ਦੇਖ ਲਓ, ਟੀਚਰਾਂ ਦੀ ਤਨਖਾਹਾਂ ਦੇਖ ਲਓ, ਡਾਕਟਰਾਂ ਦੀ ਤਨਖਾਹਾਂ ਦੇਖ ਲਓ, ਇਹ ਤਾਂ ਫਿਰ ਵੀ ਘੱਟ ਵਧੀਆਂ ਨੇ। ਸਰਕਾਰੀ ਇੰਪਲੋਈ ਦੂਸਰੇ ਦੇਖ ਲਓ, ਪ੍ਰਾਈਵੇਟ ਇੰਪਲੋਈ ਦੇਖ ਲਓ, ਤੇ ਬਿਜ਼ਨਸਮੈਨਾਂ ਦੀ ਤਨਖਾਹਾਂ ਦੇਖ ਲਓ, ਤੇ ਇਹਨਾਂ ਤੇ ਮਹਿੰਗਾਈ ਦਾ ਅਸਰ ਨਹੀਂ ਹੈ। ਪੰਜਾਬ ਸਰਕਾਰ ਕੀ ਨੀਤੀਆਂ ਬਣਾਉਗੀ? ਅੱਜ ਤੱਕ ਤਾਂ ਮੈਂ ਉਹਨਾਂ ਦੇ ਮੂੰਹੋਂ ਸੁਣਿਆ ਨਹੀਂ। ਅੱਜ ਜਿੰਨੇ ਕਿਸਾਨੀ ਦੀ ਗੱਲ ਕਰਦੇ ਨੇ, ਸਾਰੇ ਲੜਾਈ ਲੜਦੇ ਨੇ ਦਿੱਲੀ ਵੱਲ ਇਸ਼ਾਰਾ ਕਰਦੇ ਨੇ, ਤਾਕਤ ਚਾਹੁੰਦੇ ਨੇ ਪੰਜਾਬ 'ਚ। ਯਾਰ ਤੁਸੀਂ ਇਹ ਤਾਂ ਦੱਸੋ ਕਿ ਤੁਸੀਂ ਦਾਲਾਂ ਤੇ ਤੇਲ ਬੀਜਾਂ ਤੇ ਐਮਐਸਪੀ ਦੇ ਸਕਦੇ ਹੋ, ਕਿਵੇਂ ਦੇ ਸਕਦੇ ਹੋ? ਉਹ ਪੰਜਾਬ ਮਾਡਲ ਹੈ ਕਿ ਤੁਸੀਂ ਹਰ 5-10 ਪਿੰਡਾਂ 'ਚ ਕੋਲਡ ਸਟੋਰੇਜ ਬਣਾ ਸਕਦੇ ਹੋ, ਵੇਅਰ ਹਾਊਸ ਬਣਾ ਸਕਦੇ ਹੋ ਕਿ ਕਿਸਾਨ ਦੀ ਜੋ ਫਸਲ ਦਾ ਰੇਟ ਗਿਰੇ, ਕਿਸਾਨ 80% ਕਰਜ਼ ਲੈ ਕੇ ਉਹਨੂੰ ਵੇਅਰ ਹਾਊਸ ਰੱਖਿਆ ਹੋਵੇ। ਤੁਸੀਂ ਮਾਰਕੀਟ ਇੰਟਰਵੈਂਸ਼ਨ ਸਕੀਮ ਲਿਆ ਸਕਦੇ ਹੋ ਕਿ ਐਮਐਸ ਥੱਲੇ ਜਦੋਂ ਫਸਲ ਵੇਚਣੀ ਪਏ ਤਾਂ ਉਹਦਾ ਬਿਜ ਦਾ ਫਰਕ ਸਰਕਾਰ ਦੇਵੇ। ਇਹ ਸਭ ਕੁਝ ਤਾਂ ਪੰਜਾਬ 'ਚ ਹੋਇਆ ਨਹੀਂ, ਨਾ ਦਿੱਲੀ ਕਰਦਾ। ਇਹ ਕਰਨ ਦੀ ਲੋੜ ਹੈ। ਦਿੱਲੀ ਇੱਕ ਸ਼ਹਿਰ ਹੈ, ਇੱਕ ਸ਼ਹਿਰ ਦੇ ਅੰਦਰ ਦੀਆਂ ਸੁਵਿਧਾਵਾਂ ਜਦੋਂ ਤੁਹਾਨੂੰ ਸੈਂਟਰ ਲੱਖਾਂ ਕਰੋੜ ਰੁਪਏ ਦੇ ਰਿਹਾ, ਚਲਾਣਾ ਬੜੀ ਅਲੱਗ ਗੱਲ ਹੈ। ਜੋ ਤੁਹਾਡੇ ਤੇ ਲੱਖਾਂ ਕਰੋੜ ਦਾ ਕਰਜ਼ ਪਿਆ, ਮੈਂ ਉਦੋਂ ਆਪ ਦੇ ਇੱਕ ਲੀਡਰ ਸਾਹਿਬਾਂ ਨੂੰ ਸੁਣ ਰਿਹਾ ਸੀਗਾ, ਉਹ ਕਹਿੰਦੇ ਅਸੀਂ ਇੰਨੇ 1000 ਕਰੋੜ ਤਾਂ ਰੇਤੇ 'ਚ ਲਿਆਵਾਂਗੇ, 30,000 ਕਰੋੜ। ਯਾਰ ਰੇਤੇ ਵਿੱਚ ਤਾਂ ਟੋਟਲ 1200 ਕਰੋੜ ਹੈ, 1200-2000 ਕਰੋੜ ਦੀ ਲੜਾਈ ਹੈ। ਰੇਤੇ ਦਾ ਉਸਦਾ ਪੈਸਾ ਹੀ ਨਹੀਂ ਹੈਗਾ। ਉਹਨਾਂ ਨੂੰ ਤਾਂ ਇਹੀ ਨਹੀਂ ਸਮਝ ਆਇਆ ਹੈ ਤੇ ਪੰਜਾਬ ਵਿੱਚ ਰੇਤਾ ਕਿੰਨਾ ਹੈ ਤੇ ਕਿਵੇਂ ਵੇਚਣਾ। ਰੇਤੇ ਦਾ ਰੇਟ ਕਿਵੇਂ ਫਿਕਸ ਹੁੰਦਾ? ਸੀਮੈਂਟ ਨਾਲ ਉਹਨੂੰ ਕਿਵੇਂ ਕੰਪੇਅਰ ਕਰਕੇ ਰੇਟ ਫਿਕਸ ਕੀਤਾ ਜਾਂਦਾ? ਜੇ ਉਹ ਆਪ ਬੇਸਿਕ ਚੀਜ਼ਾਂ ਨਹੀਂ ਸਮਝ ਪਾਏ, ਮੈਨੂੰ ਲੱਗਦਾ ਹੈ ਕਿ ਉਹ ਸਕੀਮਾਂ ਲੈ ਕੇ ਆਉਂਦੇ ਨੇ, ਜਿਵੇਂ ਦਿੱਲੀ ਵਾਲੇ ਸਕੀਮਾਂ ਲੈ ਕੇ ਨਹੀਂ ਆਏ ਹੁੰਦੇ, ਆਹ ਪਾਲਿਸੀ ਲੈ ਲਓ, ਆਹ ਪਾਲਿਸੀ ਲੈ ਲਓ, ਉਵੇਂ ਉਹ ਸਕੀਮਾਂ ਲੈ ਕੇ ਆਏ ਨੇ, ਸਕੀਮਾਂ ਚਲਾ ਰਹੇ ਨੇ।
ਜਦੋਂ ਤੁਹਾਤੋਂ ਸੈਂਟਰ ਤੋਂ ਇੰਨਾ ਪੈਸਾ ਆ ਰਿਹਾ ਹੋਏ, ਤੁਸੀਂ ਬਹੁਤ ਚੀਜ਼ਾਂ ਲਾਗੂ ਕਰ ਸਕਦੇ ਹੋ। ਪੰਜਾਬ ਕੋਲੇ ਹੁੰਦਾ ਤਾਂ ਪੰਜਾਬ ਬਹੁਤ ਕੁਝ ਕਰ ਚੁੱਕਿਆ ਹੁੰਦਾ। ਤੁਸੀਂ ਸਾਰੀਆਂ ਯੂਨੀਅਨਾਂ ਦੇ ਜਿਹੜੇ ਪ੍ਰੋਟੈਸਟ ਨੇ, ਸਾਰੇ ਪ੍ਰੋਟੈਸਟ ਦੇਖੋ, ਆਪ ਉਹਦੇ ਜੜ ਤੇ ਪਹੁੰਚਦੇ ਆ। ਉਹ ਬੇਸਿਕਲੀ ਆਮਦਨ ਦਾ ਪ੍ਰੋਟੈਸਟ ਹੈ, ਨੌਕਰੀ ਪੱਕੀ ਦਾ ਤੇ ਆਮਦਨ ਦਾ ਪ੍ਰੋਟੈਸਟ ਹੈ। ਕਿਉਂ ਨਹੀਂ ਪੈਸੇ? ਖਜ਼ਾਨਾ ਭਰੇ ਤੋਂ ਬਣਾ ਹੋ ਜਾਊਗਾ, ਪਰ ਲੋਕਾਂ ਨੂੰ ਖਜ਼ਾਨੇ ਦੀ ਜਗ੍ਹਾ ਉਹ ਸਕੀਮਾਂ ਦਿੰਦੇ ਰਹਿੰਦੇ ਨੇ। ਹੁਣ ਤੁਸੀਂ ਇਹ ਗੱਲ ਕਰਦੇ ਨੇ ਕਿ ਘਰ ਘਰ ਰੋਜ਼ਗਾਰ ਦਿੱਤਾ ਸੀ ਕੈਪਟਨ ਸਾਹਿਬ ਨੇ, ਉਹਨਾਂ ਨੇ ਨਹੀਂ ਪੂਰਾ ਕੀਤਾ ਸੀ, ਤਲਾਤੇ। ਇਹ ਕਹਿੰਦੇ ਨੇ ਕਿ ਉਹ ਪਰਚੀਆਂ ਸੰਭਾਲ ਕੇ ਰੱਖ ਲਓ, ਅਸੀਂ ਉਹ ਸਾਰਾ ਰੋਜ਼ਗਾਰ ਦੇ ਦਾਂਗੇ। ਉਹ ਤਾਂ ਕਹਿੰਦੇ ਜਦੋਂ ਤੋਂ ਕੈਪਟਨ ਕਹਿੰਦੇ ਜਦੋਂ ਤੋਂ ਮੈਨੂੰ ਲਾਹਿਆ ਤੇ ਉਦੋਂ ਨਵਾਂ ਇਹਨਾਂ ਨੇ ਸੀਐਮ ਬਣਾਇਆ, ਉਹਨੇ ਵੀ ਸਿਰਫ ਐਲਾਨ ਕੀਤੇ ਨੇ। ਉਹ ਜਿੰਨੇ ਹਜ਼ਾਰ ਦਾ ਅੰਕੜਾ ਕਹਿੰਦੇ ਨੇ ਕਿ ਪੱਕੇ ਕਰਤੇ, ਇੱਕ ਵੀ ਪੱਕਾ ਦਿਖਾ ਦਿਓ। ਉਹ ਕਹਿੰਦੇ ਸਿਰਫ ਐਲਾਨ ਹੀ ਕਰਨੇ ਨੇ, ਤਾਂ ਮੈਂ ਵੀ ਕਰੀ ਜਾਂਦਾ। ਤਾਂ ਹੀ ਤਾਂ ਮੈਂ ਉਸ ਦੀ ਜੜ ਚ ਆਣਾ ਤੁਹਾਡੇ ਕੋਲ। ਪੱਕੇ ਕਿਉਂ ਨਹੀਂ ਕਰ ਪਾ ਰਹੇ? ਰੋਜ਼ਗਾਰ ਕਿਉਂ ਨਹੀਂ ਦੇ ਪਾ ਰਹੇ? ਕਿਉਂਕਿ ਆਮਦਨ ਨਹੀਂ ਹੈ। ਆਮਦਨ ਕਿੱਥੋਂ ਆਏਗੀ? ਮਾਫੀਆ ਖਿਲਾਫ ਲੜ ਕੇ, ਤੇ ਉਹੀ ਮਾਫੀਆ ਹਰਾਨ ਲੱਗਿਆ ਹੋਇਆ। ਆਪਾਂ ਇਸ ਸਿਸਟਮ ਨੂੰ ਸਮਝੀਏ ਕਿ ਬੀਜੇਪੀ, ਕੈਪਟਨ ਸਾਹਿਬ, ਮੈਂ ਤੁਹਾਨੂੰ ਸਿੰਪਲੀ ਇੱਕ ਸਵਾਲ ਕਰਦਾ, ਬਹੁਤ ਸੌਖਾ ਸਵਾਲ ਪੁੱਛਦਾ। ਜਦੋਂ ਤੋਂ ਕੈਪਟਨ ਗਏ ਨੇ ਉਦੋਂ ਤੋਂ ਤਾਂ ਕੋਸ਼ਿਸ਼ਾਂ ਹੋ ਰਹੀਆਂ ਨੇ ਮਾਫੀਆ ਖਤਮ ਕਰਨ ਦੀਆਂ। ਕਿੰਨਾ ਕੁ ਹੋਇਆ? ਕੀ ਉਦੋਂ ਤੋਂ ਸਿੱਧੂ ਸਾਹਿਬ ਕੋਲੇ ਤਾਕਤ ਹੈਗੀ ਆ? ਹਾਂ ਜਾਂ ਨਾ? ਜਦੋਂ ਤੋਂ ਕੈਪਟਨ ਗਏ ਨੇ ਸਿੱਧੂ ਸਾਹਿਬ ਕੋਲੇ ਤਾਕਤ ਹੈਗੀ ਆ? ਸਿੱਧੂ ਸਾਹਿਬ ਪ੍ਰਧਾਨ ਹੁੰਦੇ ਹੋਏ ਆਪਣੀ ਆਵਾਜ਼ ਚੱਕ ਰਹੇ ਨੇ। ਸਿੱਧੂ ਸਾਹਿਬ ਜਿਹੜੇ ਚੀਜ਼ਾਂ ਦੇ ਸਟੈਂਡ ਲੈਂਦੇ ਨੇ, ਉਹਨਾਂ ਚੋਂ ਕਾਫੀ ਚੀਜ਼ਾਂ ਉਹ ਕਰਾ ਪਾਏ ਨੇ। ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਨੇ। ਮੈਂ ਇਸ ਨੂੰ ਇਸ ਤਰੀਕੇ ਨਾਲ ਦੇਖਦਾ ਕਿ ਕਾਫੀ ਬੁਰਾ ਹਾਲ ਸੀ 25 ਸਾਲਾਂ ਤੋਂ, ਹੁਣ ਉਹ ਕਾਫੀ ਬਿਹਤਰ ਹੋਇਆ। ਪਰ ਜਦੋਂ 5 ਸਾਲ ਦਾ ਮੌਕਾ ਆਏਗਾ ਨਾ, ਉਦੋਂ ਹੀ ਤੁਸੀਂ ਚੀਜ਼ਾਂ ਕਰ ਸਕਦੇ ਹੋ। ਤੁਸੀਂ ਬਹੁਤ ਚੀਜ਼ਾਂ ਚ ਆਓ। ਐਜੂਕੇਸ਼ਨ ਹਾਈ ਕਮਾਂਡ ਦਾ ਸੰਕੇਤ ਦਿੱਤਾ ਕਿ ਸੀਐਮ ਚੰਨੀ ਹੋ ਸਕਦੇ ਨੇ ਆਉਣ ਵਾਲੇ, ਕਿਉਂਕਿ ਉਹ 2 ਥਾਵਾਂ ਤੋਂ ਚੋਣ ਲੜ ਰਹੇ ਨੇ ਤੇ ਸਿੱਧੂ ਨੂੰ ਸਿਰਫ 1 ਸੀਟ ਦਿੱਤੀ ਆ। ਤੇ ਫਿਰ ਵੀ ਜੇ ਸਿੱਧੂ 5 ਸਾਲ ਪ੍ਰਧਾਨ ਰਹੇ, ਕੋਸ਼ਿਸ਼ਾਂ ਕਰ ਪਏ ਤੇ ਕਰਾ ਨਾ ਪਾਏ, ਫਿਰ 5 ਸਾਲ ਬਾਅਦ ਲੋਕਾਂ ਕੋਲੇ ਕੀ ਲੈ ਕੇ ਜਾਓਗੇ? ਦੇਖੋ, ਸੀਐਮ ਦੀ ਲੜਾਈ ਨਹੀਂ ਹੈ, ਲੜਾਈ ਏਜੰਡੇ ਦੀ ਹੈ। ਲੜਾਈ ਇਸ ਗੱਲ ਦੀ ਹੈ ਕਿ ਪੰਜਾਬ ਮਾਡਲ ਦੀ ਸੋਚ ਕਾਂਗਰਸ ਦਾ ਮੈਨੀਫੈਸਟੋ ਹੈ ਕਿ ਪਾਰਟੀ ਉਸ ਤੇ ਚੱਲੇਗੀ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਲੜਾਈ ਇਹ ਜਿਹੜੀ ਤਾਕਤ ਹੈ ਨਾ, ਇਹ ਲੋਕਾਂ ਦੀ ਤਾਕਤ ਹੈ। ਇਹ ਲੋਕਾਂ ਨੂੰ ਵਾਪਸ ਦੇਣੀ ਹੈ। ਇਹ ਚ ਆਪਾਂ ਸਾਰੇ ਭਾਗੀਦਾਰ ਹਾਂ। ਇਸ ਚ ਇਮਾਨਦਾਰ ਚਿਹਰਾ ਜੇ ਰਹੇਗਾ तो लड़ाई लड़के कराई लेगा, वो करांदा रहेगा, वो पार्टी तो प्रेशर पांदा रहेगा। मैं तो चाहूंगा कि सब तो चंगा लीडर पंजाब दा मुख्यमंत्री बने हो, उस तो भी चंगे लीडर पंजाब दे मंत्री होन। सब तो चंगा लीडर कौन है पंजाब दा? ये लोगों ने चुनना मेरे हिसाब। ਤੁਹਾਡੀ ਨਜ਼ਰ ਚ ਕੌਣ? देखो, मैं तो मानता कि सिद्धू साहब एक बहुत ईमानदार मुख्यमंत्री होने चाहिए ने। बिल्कुल। ਫਿਰ ਦੇਖਣਾ ਹੋਗਾ ਹਾਈ ਕਮਾਨ ਮੁੱਖ ਮੰਤਰੀ ਕਿਹਨੂੰ ਬਣਾਉਂਦੀ ਹੈ। ਵੈਸੇ ਹਾਈ ਕਮਾਨ ਨੇ ਸੰਕੇਤ ਦਿੱਤੇ ਸੀਐਮ ਚੰਨੀ ਨੂੰ 2 ਸੀਟਾਂ ਤੋਂ ਲੜਾ ਕੇ। ਸਿੱਧੂ ਸਾਹਿਬ ਨੇ ਨਹੀਂ ਕਿਹਾ ਵੀ ਮੈਂ ਵੀ 2 ਸੀਟਾਂ ਤੋਂ ਲੜ ਲਾਂ। देखो, मैं ਇੱਥੇ ਦੱਸਣਾ ਚਾਹਾਂਗਾ, ਇਹ ਨਾ ਬੜੇ ਵੱਡੇ ਫੈਸਲੇ ਨੇ, ਪਾਰਟੀਆਂ ਦੇ ਫੈਸਲੇ ਨੇ। ਸਿੱਧੂ ਸਾਹਿਬ ਦਾ ਆਪਣਾ ਨਿੱਜੀ ਫੈਸਲਾ ਵੀ ਹੈ, ਚੰਨੀ ਸਾਹਿਬ ਦਾ ਵੀ ਆਪਦਾ ਨਿੱਜੀ ਫੈਸਲਾ ਹੈ, ਤੇ ਇਹ ਆਪਾਂ ਉਹਨਾਂ ਤੇ ਛੱਡੀਏ। ਮੇਰੇ ਹੱਥ ਪੱਲੇ ਜੋ ਹੈ, ਜਿੰਨਾ ਕੁ ਮੈਂ ਸੰਘਰਸ਼ ਲੜ ਸਕਦਾ, ਮੈਂ ਲੋਕਾਂ ਦੀ ਆਵਾਜ਼ ਚੱਕਦਾ ਰਹਾਂਗਾ ਤੇ ਉਹ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰਦਾ ਰਹਾਂਗਾ। ਸ਼ੁਕਰੀਆ, ਧੰਨਵਾਦ। ਸੋ ਸਨ ਸਮਿਤ ਸਿੰਘ ਮਾਨ ਅਮਰਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਨੇ। ਇੱਕ ਵਿਜ਼ਨ ਲੈ ਕੇ ਆਏ ਨੇ, ਆਕਸਫੋਰਡ ਦੇ ਪੜ੍ਹੇ ਨੇ, ਅੰਤਰਰਾਸ਼ਟਰੀ ਖਿਡਾਰੀ ਵੀ ਨੇ। ਇੱਕ ਵਿਜ਼ਨ ਲੈ ਕੇ ਆਏ ਨੇ ਕਿ ਉਹ ਆਪਣੇ ਹਲਕੇ ਲਈ ਤੇ ਖਾਸ ਕਰ ਪੰਜਾਬ ਦੇ ਲਈ ਇੱਕ ਬਿਹਤਰੀਨ ਜਿਹੜਾ ਮਾਡਲ ਲੈ ਕੇ ਆਉਣ ਤੇ ਚੰਗਾ ਕੰਮ ਕਰ ਸਕਣ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।